हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੜੀਵਾਰ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨਾਂ ਤੇ ਡਿਸਕਸ਼ਨ ਕਰ ਰਹੇ ਹਾਂ। ਸੋ ਉਸ ਦੇ ਵਿੱਚ ਜਿਹੜੇ ਬੱਚੇ ਨਵੇਂ ਜੁੜੇ ਨੇ ਉਹਨਾਂ ਨੂੰ ਮੈਂ ਦੱਸ ਦਿੰਨਾ ਕਿ ਆਪਾਂ ਲੈਵਲ ਵਾਈਜ਼ ਡਿਵਾਈਡ ਕੀਤਾ ਹੋਇਆ ਸਾਰੇ ਚੈਪਟਰ। ਪਹਿਲਾਂ ਆਪਾਂ ਚੈਪਟਰਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਸਾਰੇ ਕੁਐਸਚਨਸ ਨੂੰ। ਉਸ ਤੋਂ ਬਾਅਦ ਉਹਦੇ ਲੈਵਲ 1 ਬੇਸਿਕ, ਲੈਵਲ 2 ਮੀਡੀਅਮ, ਲੈਵਲ 3 ਜਿਹੜਾ ਹੈ ਉਹ ਹਾਰਡ ਲੈਵਲ ਦੇ ਕੁਐਸਚਨ ਪਾਏ ਨੇ, ਹਨਾ। L1 ਜਿਹੜੀ ਸੀਰੀਜ਼ ਆ ਉਹ ਆਪਾਂ ਆਲਰੇਡੀ ਕੰਪਲੀਟ ਕਰ ਚੁੱਕੇ ਹਾਂ, ਉਹਦੀਆਂ ਸਾਰੀਆਂ ਵੀਡੀਓ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ। L1 ਹੁਣ ਆਪਾਂ ਡਿਸਕਸ ਕਰ ਰਹੇ ਹਾਂ L2 ਤੇ ਫਿਰ ਇਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ L3। L1 ਜਿਹੜਾ ਹੈ ਉਹ 70% ਸਿਲੇਬਸ ਹੈਗਾ ਜਿਹੜਾ ਪੀਟਰ ਪਲੇਸਬੀ ਦਾ ਕਵਰ ਕਰਦਾ ਤੇ 30% ਸਿਲੇਬਸ ਹੈ ਜਿਹੜਾ ਉਹ ਤੁਹਾਨੂੰ ਪੀਟਰ ਪਲੇਸਬੀ ਦਾ ਉਹ L2 ਦੇ ਵਿੱਚੋਂ ਮਿਲ ਜੂਗਾ। ਤੇ ਪੰਜਾਬ ਪੁਲਿਸ ਦੇ ਲਈ ਇਹ ਤਿੰਨੋਂ ਹੀ ਸੀਰੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ L2 ਤੇ L3 ਹੈ ਜਿਹੜਾ ਮੇਨ ਜ਼ਿਆਦਾ ਫੋਕਸ ਆਪਣਾ L2 ਤੇ L3 ਤੇ ਆ, ਕਿਉਂਕਿ ਕਿਤੋਂ ਵੀ ਨਹੀਂ, ਕੋਈ ਵੀ ਨਹੀਂ ਕਰਾਉਂਦਾ ਇਸ ਲੈਵਲ ਦੇ। ਸੌਖੇ ਬੰਦੇ ਕਰਾ ਕੇ ਭਰੇ ਜਾਂਦੇ ਹਨਾ। ਸੋ ਆਪਣਾ ਜਿਹੜਾ ਮੇਨ ਫੋਕਸ ਹੈ ਉਹ L2 ਤੇ L3 ਦੇ ਵਿੱਚੋਂ ਹੈ। ਬਹੁਤ ਸਾਰੇ ਸਵਾਲ ਐਵੇਂ ਦੇ ਨੇ ਜਿਹੜੇ ਪੁੱਛੇ ਜਾਂਦੇ ਨੇ ਤੇ ਆਪਾਂ ਨੂੰ ਡੀਪ ਜ਼ਿਆਦਾ ਉਹਦੀ ਅੰਡਰਸਟੈਂਡਿੰਗ ਥਿਊਰੀ ਬਾਰੇ, ਕਨਸੈਪਟ ਬਾਰੇ ਨੌਲੇਜ ਨਾ ਹੋਣ ਕਾਰਨ ਉਹ ਆਪਣੇ ਕੁਐਸਚਨ ਸੋਲਵ ਨਹੀਂ ਹੁੰਦੇ। ਤਾਂ ਤੁਸੀਂ ਜੁੜੇ ਰਹੋ, ਪੂਰੀਆਂ ਵੀਡੀਓ ਦੇਖਣੀਆਂ ਨੇ। ਜਿਹੜੇ ਬੱਚੇ ਨਵੇਂ ਜੁੜੇ ਨੇ ਤੁਸੀਂ L1 ਜ਼ਰੂਰ ਦੇਖਿਓ ਤੇ ਉਸ ਤੋਂ ਬਾਅਦ ਫਿਰ ਤੁਸੀਂ L2 ਤੇ L3 ਤੇ ਜਾ ਸਕਦੇ ਹੋ। ਉਹ ਸਾਰੀਆਂ ਵੀਡੀਓ ਤੁਹਾਨੂੰ ਚੈਨਲ ਦਾ ਤੇ ਜਾ ਕੇ ਪਲੇਲਿਸਟ ਤੇ ਜਿਹਨੂੰ ਕਲਿੱਕ ਕਰੋਗੇ ਲਿੰਕ ਮਿਲ ਜੂਗਾ, ਉੱਥੇ ਤੁਸੀਂ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ, ਠੀਕ ਹੈ। ਸੋ ਇਹ ਮੇਰਾ ਪ੍ਰੋਫਾਈਲ ਹੈ, ਸਾਰੇ ਜਾਣਦੇ ਹੋ ਤੁਸੀਂ। ਤੇ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ 7ਵਾਂ ਚੈਪਟਰ, ਜਿਹਦੇ ਵਿੱਚ ਟੌਪਿਕ ਆਪਾਂ ਇਨਕਲੂਡ ਕੀਤੇ ਨੇ ਵਰਲਡ ਵਾਈਡ ਵੈਬ, ਇੰਟਰਨੈਟ ਬਰਾਊਜ਼ਰ, ਸਰਚ ਇੰਜਨ। ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਹੈ, ਇਹਦੇ ਵਿੱਚੋਂ ਵੀ ਕਾਫੀ ਸਵਾਲ ਪੁੱਛੇ ਜਾਂਦੇ ਨੇ ਤੇ ਇਹਦਾ L1 ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ, ਬੇਸਿਕ ਲੈਵਲ। ਇਸ ਦੇ ਵਿੱਚ ਆਪਾਂ ਦੇਖਾਂਗੇ ਮੀਡੀਅਮ ਲੈਵਲ ਦੇ ਕੁਐਸਚਨ ਤੇ ਇਸ ਤੋਂ ਬਿਨਾਂ ਸਾਡੇ ਕੋਲੇ ਟੈਸਟ ਸੀਰੀਜ਼ ਵੀ ਅਵੇਲੇਬਲ ਹੈ। ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਸਾਰੇ ਕੁਐਸਚਨ ਜਿਹੜੇ ਜਿੰਨੇ ਵੀ ਪੇਪਰ ਹੁਣ ਤੱਕ ਹੋਏ ਨੇ ਉਹਦੀ ਆਨਲਾਈਨ ਟੈਸਟ ਸੀਰੀਜ਼ ਅਵੇਲੇਬਲ ਹੈ। ਤੁਸੀਂ ਵੈਬਸਾਈਟ ਤੇ ਵੀ ਟੈਸਟ ਦੇ ਸਕਦੇ ਹੋ, ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਉਹਦੇ ਲਈ ਤੁਸੀਂ ਕੀ ਕਰਨਾ ਹੈ, ਟੈਸਟ ਸੀਰੀਜ਼ ਲੈਣ ਲਈ ਸਾਨੂੰ ਸਾਡੇ WhatsApp ਨੰਬਰ ਤੇ ਤੁਸੀਂ ਮੈਸੇਜ ਕਰੋ। 249 ਰੁਪਏ ਤੁਸੀਂ ਪੇ ਕਰਨੇ ਨੇ, ਇਹ ਮੰਥਲੀ ਚਾਰजेस ਨੇ, ਠੀਕ ਹੈ। ਇੰਨਾ ਕੀ ਮੈਨੂੰ ਲੱਗਦਾ ਸਮਾਂ ਹੈ, ਤੁਸੀਂ ਇੰਨੇ ਪੈਸੇ ਪੇ ਕਰਕੇ ਤੇ ਜਿਹਦੇ ਵਿੱਚ ਤੁਹਾਨੂੰ ਈਅਰ ਵਾਈਜ਼ ਯਾਨੀ ਕਿ ਇਕੱਠੇ ਸਵਾਲ 100 ਸਵਾਲ ਪੂਰੇ ਮਿਲਣਗੇ। ਉੱਥੇ ਟਾਈਮ ਲਿਮਿਟ ਵੀ ਹੋਊਗੀ, 4 ਨੰਬਰ ਦਾ ਸਵਾਲ, ਨੈਗੇਟਿਵ ਮਾਰਕਿੰਗ, ਠੀਕ ਹੈ। ਤੁਸੀਂ ਆਪਦਾ ਇਵੈਲੂਏਟ ਕਰ ਸਕਦੇ ਹੋ ਆਪਣੇ ਆਪ ਨੂੰ ਵੀ ਤੁਹਾਡੀ ਕਿੰਨੀ ਤਿਆਰੀ ਹੋਈ ਹੈ, ਠੀਕ ਹੈ। ਸੋ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈ ਜਿਵੇਂ ਇਹ ਸਮਾਲ ਟੈਕਸਟ ਫਾਈਲ ਸਟੋਰਡ ਇਨ ਯੂਜ਼ਰਸ ਕੰਪਿਊਟਰ। ਕਹਿੰਦਾ ਛੋਟੀ ਫਾਈਲ ਹੈ ਜਿਹੜੀ ਕੰਪਿਊਟਰ ਯੂਜ਼ਰ ਦੇ ਕੰਪਿਊਟਰ ਤੇ ਸਟੋਰਡ ਹੈ ਬਾਈ ਸਮ ਵੈਬਸਾਈਟ, ਜਿਹੜੀ ਕੁਝ ਵੈਬਸਾਈਟਾਂ ਦੁਆਰਾ ਸਟੋਰ ਕੀਤੀ ਜਾਂਦੀ ਹੈ। ਇਨ ਆਰਡਰ ਟੂ, ਕਾਹਦੇ ਲਈ? ਇਨ ਆਰਡਰ ਟੂ ਰਿਕੋਗਨਾਈਜ਼ ਐਂਡ ਕੀਪ ਟਰੈਕ ਆਫ ਯੂਜ਼ਰਸ ਪ੍ਰੈਫਰੈਂਸ। ਕਹਿੰਦਾ ਯੂਜ਼ਰ ਦੀਆਂ ਪ੍ਰੈਫਰੈਂਸ ਨੇ ਉਹਨਾਂ ਨੂੰ ਰਿਕੋਗਨਾਈਜ਼ ਕਰਦਾ ਤੇ ਉਸ ਨੂੰ ਕੀਪ ਟਰੈਕ ਰੱਖਦੀ ਹੈ। ਤਾਂ ਉਹ ਫਾਈਲ ਨੂੰ ਅਸੀਂ ਕੀ ਬੋਲਦੇ ਹਾਂ? ਕੀ ਰਿਪੋਰਟ ਬੋਲਦੇ ਹਾਂ? ਨਹੀਂ, ਬਗ ਬੋਲਦੇ ਹਾਂ। ਬਗ ਕੀ ਹੁੰਦਾ? ਐਰਰ ਇਨ ਕੰਪਿਊਟਰ ਕਨਫੀਗਰੇਸ਼ਨ ਇਜ਼ ਨੋਨ ਐਜ਼ ਬਗ। ਹਿਸਟਰੀ ਵੀ ਨਹੀਂ ਹੁੰਦਾ। ਤਾਂ ਆਨਸਰ ਤਾਂ ਇਹਦਾ ਹੈਗਾ ਡੀ, ਕੁਕੀਜ਼। ਤਾਂ ਕੁਕੀਜ਼ ਬਾਰੇ ਆਪਾਂ ਥੋੜਾ ਜਿਹਾ ਸਮਝ ਲੈਂਦੇ ਹਾਂ। ਦੀ ਸਮਾਲ ਟੈਕਸਟ ਫਾਈਲ ਅਪ ਟੂ 4 KB ਤੱਕ ਹੋ ਸਕਦੀ ਹੈ, ਕ੍ਰੀਏਟਡ ਬਾਈ ਵੈਬਸਾਈਟ that is stored in user's computer either temporarily or that session only or permanently। ਜਾਂ ਤਾਂ ਟੈਂਪਰੇਰੀ ਹੋਵੇ ਜਾਂ ਕਿਸੇ ਸੈਸ਼ਨ ਦੇ ਲਈ, ਪਾਰਟਿਕੂਲਰ ਟਾਈਮ ਦੇ ਲਈ ਆ ਜੇ ਜਾਂ ਪਰਮਾਨੈਂਟਲੀ ਆ ਜੇ, ਤਾਂ ਉਸ ਨੂੰ ਅਸੀਂ ਕੀ ਬੋਲਦੇ ਹਾਂ? ਕੁਕੀਜ਼ ਬੋਲ ਦਿੰਦੇ ਹਾਂ। ਕੁਕੀਜ਼ ਪ੍ਰੋਵਾਈਡ ਏ ਵੇ ਫॉर ਵੈਬਸਾਈਟ ਟੂ ਰਿਕੋਗਨਾਈਜ਼ ਯੂ ਐਂਡ ਕੀਪ ਟਰੈਕ ਆਫ ਯੂਅਰ ਪ੍ਰੈਫਰੈਂਸ। ਦੇਖੋ ਡਾਇਰੈਕਟ ਲਾਈਨ ਇਹੀ ਪਾਈ ਹੋਈ ਹੈ, ਇਹ ਸਾਨੂੰ ਰਿਕੋਗਨਾਈਜ਼ ਕਰਦਾ ਤੇ ਸਾਡੀਆਂ ਪ੍ਰੈਫਰੈਂਸਿਸ ਨੂੰ ਦੱਸਦਾ। ਜਿਵੇਂ ਆਪਾਂ ਜਾਂਦੇ ਹਾਂ ਫਲਿੱਪਕਾਰਟ ਤੇ, ਐਮਾਜ਼ੋਨ ਤੇ, ਸਪੋਜ਼ ਕਰੋ ਅੱਜ ਅਸੀਂ ਕੋਈ ਸ਼ੂਜ਼ ਦੇਖ ਰਹੇ ਹਾਂ, ਸਰਚ ਕੀਤਾ ਹਨਾ, ਤੇ ਅੱਜ ਸਾਨੂੰ ਕੋਈ ਪਸੰਦ ਨਹੀਂ ਆਏ, ਤਾਂ ਜਿਹੜੀ ਆਈਡੀ ਦੇ ਨਾਲ ਆਪਾਂ ਐਮਾਜ਼ੋਨ ਜਾਂ ਫਲਿੱਪਕਾਰਟ ਤੇ ਲੌਗਇਨ ਕੀਤਾ ਹੈ, ਜੇ ਉਹੀ ਆਈਡੀ ਦੇ ਲਈ ਸਾਡੇ ਕੋਲ ਫੇਸਬੁੱਕ ਜਾਂ ਇੰਸਟਾਗ੍ਰਾਮ ਚੱਲ ਰਿਹਾ ਹੈ, ਤਾਂ ਇੰਸਟਾਗ੍ਰਾਮ ਤੇ ਹੀ ਸਾਨੂੰ ਨੋਟੀਫਿਕੇਸ਼ਨਾਂ ਨਹੀਂ ਆਉਣ ਲੱਗ ਜਾਂਦੀਆਂ ਕਿ ਤੁਸੀਂ ਆਹ ਸ਼ੂਜ਼ ਖਰੀਦਣੇ ਕਿ ਨਹੀਂ, ਜਾਂ ਆਹ ਵਾਲਾ ਫੋਨ ਲੈਣਾ ਹੈ। ਤਾਂ ਇਸ ਤਰੀਕੇ ਦੇ ਨਾਲ ਇਹ ਕੁਕੀਜ਼ ਕੰਮ ਕਰਦੇ ਨੇ। ਤਾਂ ਜਿੰਨਾ ਵੀ ਸਾਡੀਆਂ ਪ੍ਰੈਫਰੈਂਸਿਸ ਨੇ ਉਹਨਾਂ ਨੂੰ ਇਹ ਸੇਵ ਕਰਦੇ ਨੇ। ਆਪਾਂ YouTube ਤੇ ਸਰਚ ਮਾਰਦੇ ਹਾਂ, ਜਿਹੜਾ ਵੀ ਅਸੀਂ ਸਰਚ ਕਰਾਂਗੇ ਉਹਦੇ ਬੇਸ ਤੇ ਸਾਨੂੰ ਸੁਜੈਸ਼ਨਸ ਆਉਂਦੀਆਂ ਨੇ ਹਨਾ। ਗੂਗਲ ਤੇ ਜੋ ਵੀ ਕੰਮ ਕਰਦੇ ਹਾਂ ਉਵੇਂ ਦੀਆਂ ਹੀ ਅਸੀਂ ਜਿਹੜੀਆਂ ਨਿਊਜ਼ ਦੇਖਣ ਲੱਗ ਜਾਂਗੇ, AI ਲਗਾ ਕੇ ਉਹੀ ਪ੍ਰੈਫਰੈਂਸ ਸਾਨੂੰ ਭੇਜੀਆਂ ਜਾਂਦੀਆਂ ਨੇ। ਤਾਂ ਇਹਨਾਂ ਨੂੰ ਕੀ ਬੋਲਦੇ ਆ? ਕੁਕੀਜ਼ ਬੋਲਦੇ ਆ। ਤਾਂ ਕੁਕੀਜ਼ ਦੀਆਂ ਟਾਈਪਸ ਹੋ ਸਕਦੀਆਂ ਨੇ, ਜਿਵੇਂ ਸੈਸ਼ਨ ਕੁਕੀਜ਼ ਨੇ, ਕਿਸੇ ਸੈਸ਼ਨ ਦੇ ਲਈ ਆਪਾਂ 2 ਘੰਟੇ ਕੋਈ ਵੈਬਸਾਈਟ ਚਲਾਈ, ਜਿਹੜੇ ਉਹ ਸਮੇਂ ਲਈ ਐਕਟਿਵ ਰਹਿਣ ਉਹ ਸੈਸ਼ਨ ਕੁਕੀ। ਪਰਮਾਨੈਂਟ ਕੁਕੀਜ਼ ਹੋ ਸਕਦੇ ਨੇ, ਫਸਟ ਪਾਰਟੀ ਕੁਕੀਜ਼, ਥਰਡ ਪਾਰਟੀ, ਕੋਈ ਹੋਰ ਵੈਬਸਾਈਟਾਂ ਕਿਸੇ ਨੂੰ ਪ੍ਰੋਵਾਈਡ ਕਰਨ ਉਹ ਹੁੰਦੇ ਨੇ ਥਰਡ ਪਾਰਟੀ ਕੁਕੀਜ਼। ਸੋ ਫਿਰ ਇਹਦਾ ਆਨਸਰ ਆਪਣੇ ਕੋਲੇ ਹੋ ਗਿਆ ਡੀ, ਆਨਸਰ ਹੋ ਗਿਆ ਕੁਕੀਜ਼, ਭੁੱਲਣਾ ਨਹੀਂ। ਅਗਲਾ ਸਵਾਲ,
which of the following tasks a user can perform with the help of web browser। ਕਹਿੰਦਾ ਵੈਬ ਬਰਾਊਜ਼ਰ ਦੇ ਨਾਲ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਟਾਸਕ ਯੂਜ਼ਰ ਪਰਫਾਰਮ ਕਰਦਾ। ਠੀਕ ਹੈ, ਇੱਕ ਵੀ ਹੋ ਸਕਦਾ, ਇੱਕ ਤੋਂ ਜ਼ਿਆਦਾ, ਕਿਉਂਕਿ ਓਨਲੀ ਵਨ ਵੀ ਹੈ ਹਨਾ। ਯੂਜ਼ਰ ਕੈਨ ਐਕਸੈਸ ਦੀ ਸਰਚ ਇੰਜਨ। ਤਾਂ ਪਹਿਲਾਂ ਆਪਾਂ ਨੂੰ ਇਹ ਨਹੀਂ ਪਤਾ ਵੀ ਵੈਬ ਬਰਾਊਜ਼ਰ ਤੇ ਸਰਚ ਇੰਜਨ ਦੇ ਵਿੱਚ ਕੀ ਫਰਕ ਹੁੰਦਾ, ਉਹ ਆਪਾਂ ਦੇਖਦੇ ਹਾਂ ਹੁਣੀ। ਯੂਜ਼ਰ ਕੈਨ ਐਕਸੈਸ ਦੀ ਈਮੇਲ, ਹਾਂ ਈਮੇਲ ਤਾਂ ਆਪਾਂ ਐਕਸੈਸ ਕਰ ਹੀ ਸਕਦੇ ਹਾਂ ਬਰਾਊਜ਼ਰ ਦੇ ਨਾਲ ਹਨਾ। ਯੂਜ਼ਰ ਕੈਨ ਯੂਜ਼ ਆਲ ਫੈਸਿਲਿਟੀ ਆਫ ਦੀ ਇੰਟਰਨੈਟ, ਇਹ ਵੀ ਠੀਕ ਹੈ ਗੱਲ ਕਿ ਸਾਰੀਆਂ ਫੈਸਿਲਿਟੀ ਇੰਟਰਨੈਟ ਦੀਆਂ ਨੇ ਜਿਹੜੀਆਂ ਉਹ ਯੂਜ਼ਰ ਥਰੂ ਬਰਾਊਜ਼ਰ ਹੀ ਯੂਜ਼ ਕਰ ਸਕਦਾ। ਜੇ ਆਪਣੇ ਕੰਪਿਊਟਰ ਦੇ ਵਿੱਚ ਕੋਈ ਵੀ ਬਰਾਊਜ਼ਰ ਹੈ ਨਹੀਂ ਤਾਂ ਆਪਾਂ ਇੰਟਰਨੈਟ ਨਹੀਂ ਚਲਾ ਸਕਦੇ ਹਨਾ। ਤਾਂ ਬਰਾਊਜ਼ਰ ਹੈਗਾ ਜਿਹੜਾ ਇੱਕ ਨੈਸੈਸਰੀ ਥਿੰਗਸ ਹੈ ਟੂ ਐਕਸੈਸ ਦੀ ਇੰਟਰਨੈਟ। ਤਾਂ ਪਹਿਲਾਂ ਆਪਾਂ ਡਿਫਰੈਂਸ ਦੇਖਦੇ ਹਾਂ ਸਰਚ ਇੰਜਨ ਤੇ ਬਰਾਊਜ਼ਰ ਦੇ ਵਿੱਚ ਕੀ ਫਰਕ ਹੁੰਦਾ। ਥੋੜੀ ਜਿਹੀ ਥਿਊਰੀ ਪੜ੍ਹ ਲੈਂਦੇ ਹਾਂ ਹਨਾ। ਜਿਵੇਂ ਵੈਸੇ ਦੱਸ ਦਿੰਦਾ, ਕਈ ਵਾਰੀ ਕਾਫੀ ਮੈਨੂੰ ਬੱਚਿਆਂ ਦੇ ਕਮੈਂਟ ਆਉਂਦੇ ਨੇ ਵੀ ਨਾਲ ਥਿਊਰੀ ਵੀ ਦੱਸੀ ਜਾਵੇ, ਕਿਉਂਕਿ ਤੁਸੀਂ ਨੋਟ ਕਰਨਾ ਹੁੰਦਾ, ਜੇ ਮੈਂ ਬੋਲ ਕੇ ਦੱਸੂਗਾ ਫਿਰ ਉਹ ਤੁਹਾਡੇ ਯਾਦ ਨਹੀਂ ਰਹਿੰਦੀਆਂ ਚੀਜ਼ਾਂ ਹਨਾ। ਸੋ ਆਪਾਂ ਦੇਖ ਲੈਂਦੇ ਹਾਂ ਕੀ ਫਰਕ ਹੈ ਵੈਬ ਬਰਾਊਜ਼ਰ ਤੇ ਸਰਚ ਇੰਜਨ ਦੇ ਵਿੱਚ। ਪਹਿਲਾ ਪੁਆਇੰਟ ਹੈਗਾ ਵੈਬ ਬਰਾਊਜ਼ਰ ਇਜ਼ ਏ ਸੌਫਟਵੇਅਰ। ਹੁਣ ਆਪਾਂ ਬਰਾਊਜ਼ਰ ਦੀ ਗੱਲ ਕਰ ਰਹੇ ਹਾਂ, ਇੱਕ ਸੌਫਟਵੇਅਰ ਹੁੰਦਾ ਐਪਲੀਕੇਸ਼ਨ ਯੂਜ਼ to retrieve data from web page or HTML file present in the server। ਹੁਣ ਸਰਵਰ ਤੋਂ ਸਾਡੇ ਕੰਪਿਊਟਰ ਦੇ ਵਿੱਚ ਡਾਟਾ ਨੂੰ ਐਕਸੈਸ ਕਰਨ ਦੇ ਲਈ ਕੀ ਵਰਤਿਆ ਜਾਂਦਾ, ਬਰਾਊਜ਼ਰ ਵਰਤਿਆ ਜਾਂਦਾ ਹੈ ਹਨਾ। ਤੇ ਸਰਚ ਇੰਜਨ ਕੀ ਹੁੰਦਾ ਹੈ, ਸਰਚ ਇੰਜਨ ਇਜ਼ ਅ ਕਾਈਂਡ ਆਫ ਵੈਬਸਾਈਟ, ਇਹ ਇੱਕ ਤਰ੍ਹਾਂ ਦੀ ਵੈਬਸਾਈਟ ਹੀ ਹੁੰਦੀ ਹੈ where a user can search for information and the result based on based on the same are displayed on screen। ਜਿਹੜਾ ਵੀ ਅਸੀਂ ਸਰਚ ਕਰਦੇ ਹਾਂ ਉਹਨੂੰ ਕੋਈ ਸਰਚ ਕਰਨ ਦੇ ਲਈ ਜਿਹੜਾ ਕ੍ਰਾਈਟੇਰੀਆ ਜਾਂ ਪ੍ਰੋਗਰਾਮ ਵਰਤਿਆ ਜਾਂਦਾ ਜਾਂ ਵੈਬਸਾਈਟ ਵਰਤੀ ਜਾਂਦੀ ਹੈ ਉਹ ਹੁੰਦਾ ਸਰਚ ਇੰਜਨ ਜਿਹੜਾ ਲੱਭਦਾ ਹੈ ਨਾ। ਤੇ ਅਗਲਾ ਪੁਆਇੰਟ ਹੈ ਕਹਿੰਦਾ ਵੈਬ ਬਰਾਊਜ਼ਰ ਯੂਜ਼ ਗ੍ਰਾਫਿਕਲ ਯੂਜ਼ਰ ਇੰਟਰਫੇਸ। ਤਾਂ ਇਹ GUI ਮੋਡ ਯੂਜ਼ ਕਰਦਾ, ਯੂਜ਼ਰ ਐਕਸਪੀਰੀਅੰਸ ਐਨ ਇੰਟਰੈਕਟਿਵ ਆਨਲਾਈਨ ਸੈਸ਼ਨ ਔਨ ਵਰਲਡ ਵਾਈਡ ਵੈਬ। ਤਾਂ ਵਰਲਡ ਵਾਈਡ ਵੈਬ ਦੇ ਵਿੱਚ ਇਹ GUI ਮੋਡ ਦੇ ਵਿੱਚ ਇਨਫੋਰਮੇਸ਼ਨ ਨੂੰ ਸਰਚ ਕਰਨ ਦੇ ਵਿੱਚ ਆਪਣੀ ਹੈਲਪ ਕਰਦਾ। ਉਵੇਂ ਹੀ ਕਹਿੰਦਾ ਮੇਨ 3 ਕੰਪੋਨੈਂਟ ਹੁੰਦੇ ਨੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ। ਸਰਚ ਇੰਜਨ ਦੇ 3 ਕੰਪੋਨੈਂਟ ਨੇ, ਸਰਚ ਇੰਡੈਕਸ, ਕ੍ਰੋਲਰ ਤੇ ਸਰਚ ਐਲਗੋਰਿਥਮ। ਠੀਕ ਹੈ, ਇਹ ਆਪਾਂ ਪੜਾਂਗੇ ਵਾਰੀ-ਵਾਰੀ ਕੀ ਹੁੰਦਾ, ਸਰਚ ਇੰਡੈਕਸ ਕੀ ਹੁੰਦਾ, ਕ੍ਰੋਲਰ ਕੀ ਹੁੰਦਾ, ਸਰਚ ਐਲਗੋਰਿਥਮ ਕੀ ਹੁੰਦਾ। ਇਹ ਸਰਚ ਇੰਜਨ ਦੇ ਕੰਪੋਨੈਂਟ ਨੇ, ਯਾਦ ਰੱਖਣਾ। ਫਿਰ ਕਹਿੰਦਾ ਬਰਾਊਜ਼ਰ ਦੇ ਵਿੱਚ ਆਪਣਾ ਕੋਈ ਵੀ ਡੇਟਾਬੇਸ ਨਹੀਂ ਹੁੰਦਾ, ਓਨਲੀ ਕੰਪਰਾਈਜ਼ ਏ ਮੈਮਰੀਜ਼ ਟੂ ਸਟੋਰ ਕੈਸ਼ੇ ਐਂਡ ਕੁਕੀਜ਼। ਤਾਂ ਇਹਦੇ ਵਿੱਚ ਹਿਸਟਰੀ ਸਟੋਰ ਹੁੰਦੀ ਹੈ ਤੇ ਕੁਕੀ ਸਟੋਰ ਹੁੰਦੇ ਨੇ, ਹੋਰ ਕੋਈ ਵੀ ਡੇਟਾਬੇਸ ਨਹੀਂ ਹੁੰਦਾ। ਸਰਚ ਇੰਜਨ ਦਾ ਆਪਣਾ ਡੇਟਾਬੇਸ ਹੁੰਦਾ ਹੈਗਾ ਆਪਣੇ ਕੋਲੇ। ਠੀਕ ਹੈ, ਇਟ ਹੈਜ਼ ਇਟਸ ਓਨ ਡੇਟਾਬੇਸ। ਮਲਟੀਪਲ ਵੈਬ ਬਰਾਊਜ਼ਰ ਕੈਨ ਬੀ ਇੰਸਟਾਲਡ ਔਨ ਸਿੰਗਲ ਡਿਵਾਈਸ। ਇੱਕ ਕੰਪਿਊਟਰ ਦੇ ਵਿੱਚ ਇੱਕ ਤੋਂ ਜ਼ਿਆਦਾ ਆਪਾਂ ਵੈਬ ਬਰਾਊਜ਼ਰ ਇੰਸਟਾਲ ਕਰ ਸਕਦੇ ਹਾਂ। ਪਹਿਲਾਂ ਐਗਜ਼ਾਮਪਲ ਲੈ ਲੈਣੇ ਕਿਹੜੇ ਕਿਹੜੇ ਵੈਬ ਬਰਾਊਜ਼ਰ ਨੇ, ਜਿਵੇਂ ਆਪਾਂ ਲਿਖ ਲਈਏ ਗੂਗਲ ਕਰੋਮ ਹਨਾ, UC ਬਰਾਊਜ਼ਰ ਹੋ ਗਿਆ, ਓਪੇਰਾ ਹੋ ਗਿਆ, ਇਹ ਸਾਰੇ ਕੀ ਨੇ, ਬਰਾਊਜ਼ਰ ਨੇ। ਸਰਚ ਇੰਜਨ ਦੇ ਵਿੱਚ ਜਿਵੇਂ ਗੂਗਲ, ਜਾਹੂ ਹੋ ਗਿਆ, ਬਿੰਗ ਹੋ ਗਿਆ, ਇਹ ਸਾਰੇ ਕੀ ਨੇ, ਸਰਚ ਇੰਜਨ ਨੇ। ਠੀਕ ਹੈ, ਯੂ ਡੂ ਨਾਟ ਨੀਡ ਟੂ ਇੰਸਟਾਲ ਏ ਸਰਚ ਇੰਜਨ ਇਨ ਯੂਅਰ ਸਿਸਟਮ। ਆਪਾਂ ਨੂੰ ਆਪਣੇ ਸਿਸਟਮ ਤੇ ਸਰਚ ਇੰਜਨ ਇੰਸਟਾਲ ਕਰਨ ਦੀ ਲੋੜ ਹੀ ਨਹੀਂ, ਬਰਾਊਜ਼ਰ ਦੇ ਵਿੱਚ ਹੀ ਚਾਹੇ ਤੁਸੀਂ ਗੂਗਲ ਦੁਆਰਾ ਸਰਚ ਕਰ ਲਓ, ਚਾਹੇ ਆਪਾਂ ਜਾਹੂ ਦੁਆਰਾ ਸਰਚ ਕਰ ਲਈਏ ਤੇ ਚਾਹੇ ਆਪਾਂ ਬਿੰਗ ਦੁਆਰਾ ਸਰਚ ਕਰ ਲਈਏ। ਠੀਕ ਹੈ, ਇਹ ਪੁਆਇੰਟ ਸੀਗੇ। ਤੇ ਹੋਰ ਥੋੜੇ ਜਿਹੇ ਪੁਆਇੰਟ ਦੇਖ ਲੈਂਦੇ ਆ, ਵੈਸੇ ਤਾਂ ਉਹੀ ਨੇ ਬਟ ਲੈਂਗੁਏਜ ਥੋੜੀ ਜਿਹੀ ਚੇਂਜ ਕੀਤੀ ਜਾਂਦੀ ਹੈ, ਕਈ ਵਾਰੀ ਇਹਨਾਂ ਚੋਂ ਪੁੱਛ ਲੈਂਦਾ ਹੈ। ਇਹ ਵੈਬ ਬਰਾਊਜ਼ਰ ਇਜ਼ ਏ ਸੌਫਟਵੇਅਰ ਐਪਲੀਕੇਸ਼ਨ ਯੂਜ਼ ਟੂ ਐਕਸੈਸ ਐਂਡ ਡਿਸਪਲੇ ਦਾ ਪੇਜ ਔਨ ਦੀ ਇੰਟਰਨੈਟ। ਮੈਂ ਦੱਸ ਚੁੱਕਿਆ। ਇਟ ਅਲਾਓ ਯੂਜ਼ਰ ਟੂ, ਹਾਂ ਆਹ ਪੁਆਇੰਟ ਇੰਪੋਰਟੈਂਟ ਹੈ, ਵੈਬ ਬਰਾਊਜ਼ਰ ਕੀ ਕਰਦਾ, ਇਟ ਅਲਾਓ ਯੂਜ਼ਰ ਟੂ ਨੈਵੀਗੇਟ ਟੂ ਵੈਬਸਾਈਟ ਬਾਈ ਐਂਟਰਿੰਗ URL। ਤਾਂ ਇਹ ਯੂਜ਼ਰ ਨੂੰ ਅਲਾਓ ਕਰਦਾ ਨੈਵੀਗੇਟ ਕਰਨ ਦੇ ਲਈ, ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਤੇ ਜਾਣ ਦੇ ਲਈ ਆਪਾਂ ਕੀ ਵਰਤਦੇ ਹਾਂ, ਬਰਾਊਜ਼ਰ ਵਰਤਦੇ ਹਾਂ। ਸਰਚ ਇੰਜਨ ਕੀ ਕਰਦਾ, ਇਟ ਅਲਾਓ ਯੂਜ਼ਰ ਟੂ ਐਂਟਰ ਕੀਵਰਡ ਔਰ ਫਰੇਜ਼। ਆਪਾਂ ਕੋਈ ਕੀਵਰਡ ਜਾਂ ਫਰੇਜ਼ ਸਰਚ ਕਰਾਂਗੇ ਐਂਡ ਦੈਨ ਰਿਟਰਨ ਏ ਲਿਸਟ ਆਫ ਰੈਲੇਵੈਂਟ ਵੈਬਸਾਈਟ। ਜਿਵੇਂ ਅਸੀਂ ਲਿਖਤਾ ਪੰਜਾਬੀ ਕਲਚਰ, ਇਹ ਕੀਵਰਡ ਹੋ ਗਿਆ ਤੇ ਇਹਦੇ ਬੇਸਿਸ ਤੇ ਹੀ ਸਾਨੂੰ ਰੈਲੇਵੈਂਟ ਵੈਬਸਾਈਟ ਜਿਹੜਾ ਉਹ ਰਿਟਰਨ ਕਰ ਦਿੰਦਾ ਜਾਂ ਉਹਨੂੰ ਰਿਸੋਰਸ ਵੀ ਬੋਲਦੇ ਨੇ ਹਨਾ। ਤਾਂ ਬਰਾਊਜ਼ਰ ਦੇ ਵਿੱਚ ਹੋਰ ਆਪਾਂ ਕੀ ਕਰ ਸਕਦੇ ਹਾਂ, ਬੁੱਕ ਮਾਰਕਿੰਗ ਕਰ ਸਕਦੇ ਹਾਂ, ਟੈਬਡ ਬਰਾਊਜ਼ਿੰਗ ਕਰ ਸਕਦੇ ਹਾਂ, ਐਕਸਟੈਂਸ਼ਨ ਇਨਹਾਂਸ ਕਰ ਸਕਦੇ ਹਾਂ ਹਨਾ। ਉਵੇਂ ਹੀ ਸਰਚ ਇੰਜਨ ਹੈ ਜਿਹੜੇ ਇਹ ਕੰਪਲੈਕਸ ਐਲਗੋਰਿਥਮ ਯੂਜ਼ ਕਰਦੇ ਨੇ ਜਿਹਦੇ ਬੇਸ ਤੇ ਵੈਬਸਾਈਟਾਂ ਨੂੰ ਰੈਂਕਿੰਗ ਕਰ ਦਿੰਦੇ ਨੇ। ਜਿਵੇਂ ਆਪਾਂ ਪਿੱਛੇ ਪੜਿਆ ਨਾ ਕ੍ਰੋਲਰ, ਉਹ ਮੈਂ ਦੁਬਾਰੇ ਦੱਸ ਦੇਣਾ। ਐਗਜ਼ਾਮਪਲ ਆਪਾਂ ਆਲਰੇਡੀ ਕਰ ਚੁੱਕੇ ਹਾਂ, ਗੂਗਲ ਕਰੋਮ, ਮੋਜ਼ਿਲਾ ਫਾਇਰਫੌਕਸ, ਮਾਈਕਰੋਸਾਫਟ ਐਜ, ਸਫਾਰੀ, ਓਪੇਰਾ। ਮਾਈਕਰੋਸਾਫਟ ਐਜ ਹੁੰਦਾ
ਇੱਕ ਹੁੰਦਾ ਇੰਟਰਨੈਟ ਐਕਸਪਲੋਰਰ। ਇਹ ਦੋਨੇ ਯਾਦ ਰੱਖਿਓ, ਇਹ ਵਿੰਡੋ ਦੇ ਬਾਈ ਡਿਫਾਲਟ ਨੇ। ਇਹ ਦੋ ਨੇ ਜਿਹੜੇ ਮਾਈਕਰੋਸਾਫਟ ਵਿੰਡੋ ਦੇ ਹੀ ਪ੍ਰੋਡਕਟ ਨੇ, ਵਿੰਡੋ ਦੇ ਵਿੱਚ ਬਾਈ ਡਿਫਾਲਟ ਨੇ। ਪਹਿਲਾਂ ਇੰਟਰਨੈਟ ਐਕਸਪਲੋਰਰ ਆਉਂਦਾ ਸੀ, ਅੱਜ ਕੱਲ੍ਹ ਐਜ ਆਉਣ ਲੱਗ ਗਿਆ, ਠੀਕ ਹੈ। ਤੇ ਜੇ ਸਰਚ ਇੰਜਨ ਦੀ ਗੱਲ ਕਰੀਏ ਤਾਂ ਗੂਗਲ, ਬਿੰਗ, ਯਾਹੂ ਐਂਡ ਡਕ ਡਕ ਗੋ, ਹੋਰ ਵੀ ਬਹੁਤ ਸਾਰੇ ਨੇ। ਤਾਂ ਇੱਥੇ ਇੱਕ ਗੱਲ ਯਾਦ ਰੱਖਣੀ ਹੈ, ਜੇ ਗੂਗਲ ਕਰੋਮ ਹੈਗਾ ਤਾਂ ਉਹ ਹੈਗਾ ਬਰਾਊਜ਼ਰ, ਤੇ ਜੇ ਗੂਗਲ ਹੈਗਾ ਉਹ ਸਰਚ ਇੰਜਨ ਹੈ। ਵੈਸੇ ਗੂਗਲ ਇੱਕ ਕੰਪਨੀ ਹੈ, ਗੂਗਲ ਕੰਪਨੀ ਜਿਹੜਾ ਬਰਾਊਜ਼ਰ ਬਣਾਉਂਦੀ ਹੈ ਉਹਦਾ ਨਾਮ ਗੂਗਲ ਕਰੋਮ ਹੈ, ਤੇ ਜਿਹੜਾ ਉਹਦਾ ਸਰਚ ਇੰਜਨ ਆ ਉਹਦਾ ਨਾਮ ਹੈਗਾ ਗੂਗਲ। ਤਾਂ ਇਹ ਗੱਲ ਯਾਦ ਰੱਖਣੀ ਹੈ। ਜਿਹੜੀ ਪਿਛਲੀ ਡਾਇਗਰਾਮ ਦੇ ਵਿੱਚ ਆਪਾਂ ਦੇਖਿਆ ਵੀ ਜਿਹੜਾ ਸਰਚ ਇੰਜਨ ਹੈ, ਇੱਕ ਤਾਂ ਸਰਚ ਇੰਡੈਕਸ ਦਿੰਦਾ, ਇੱਕ ਇਹਦੇ ਵਿੱਚ ਕਰੋਲਰ ਹੁੰਦਾ ਹੈ, ਇੱਕ ਸਰਚ ਐਲਗੋਰਿਥਮ ਹੁੰਦਾ ਹੈ। ਤਾਂ ਪੂਰੀ ਵਰਲਡ ਵਾਈਡ ਵੈਬ ਦੇ ਵਿੱਚ ਬਹੁਤ ਸਾਰਾ ਡਾਟਾ ਪਿਆ, ਹਜ਼ਾਰਾਂ ਲੱਖਾਂ ਵੈਬਸਾਈਟ ਪਈਆਂ ਨੇ। ਉਹ ਵੈਬਸਾਈਟ ਨੂੰ ਸਰਚ ਕਰਨਾ, ਸਪੋਜ਼ ਕਰੋ ਆਪਾਂ ਸਰਚ ਕਰ ਰਹੇ ਹਾਂ ਵੀ ਪੰਜਾਬ ਪੁਲਿਸ ਸਬ ਇੰਸਪੈਕਟਰ, ਹਨਾ, ਪੰਜਾਬ ਪੁਲਿਸ ਸਬ ਇੰਸਪੈਕਟਰ। ਤਾਂ ਉੱਥੇ ਪੰਜਾਬ ਪੁਲਿਸ ਸਬ ਇੰਸਪੈਕਟਰ ਲੱਖਾਂ ਵੈਬਸਾਈਟਾਂ ਦੇ ਵਿੱਚੋਂ ਆਪਾਂ ਪ੍ਰੀਵੀਅਸ ਪੇਪਰ ਡਾਊਨਲੋਡ ਕਰਨੇ ਨੇ। ਤਾਂ ਉਹ ਲੱਖਾਂ ਵੈਬਸਾਈਟਾਂ ਦੇ ਵਿੱਚੋਂ ਕਰੋਲਰ ਹੋਊਗਾ ਜਿਹੜਾ ਕਰੋਲ ਕਰਕੇ ਜਾਊਗਾ, ਜਿਵੇਂ ਮੱਕੜੀ ਨਹੀਂ ਜਾਲਾ ਪਾਉਣ ਵਾਲੀ ਹੁੰਦੀ, ਉਵੇਂ ਦਾ ਕਰੋਲਰ ਹੁੰਦਾ ਹੈ। ਸਾਰੀਆਂ ਵੈਬਸਾਈਟ ਤੇ ਉਹ ਕਰੋਲ ਕਰਦਾ ਜਾਂਦਾ, ਤੇ ਕਰੋਲ ਕਿਵੇਂ ਕਰਦਾ? ਸਰਚ ਐਲਗੋਰਿਥਮ ਨੂੰ ਯੂਜ਼ ਕਰਕੇ। ਤਾਂ ਫਿਰ ਕੀ ਕਰਦਾ, ਜਿੰਨੀਆਂ ਮੰਨ ਲਓ ਉਹਨੂੰ 20 ਵੈਬਸਾਈਟਾਂ ਮਿਲ ਗਈਆਂ, ਸਾਰੀਆਂ ਵੈਬਸਾਈਟਾਂ ਨੂੰ ਕੋਈ ਉਹ ਇੰਡੈਕਸ ਅਸਾਈਨ ਕਰ ਦਿੰਦਾ, ਤਾਂ ਕਰਕੇ ਦੁਬਾਰਾ ਉਹਨੂੰ ਐਕਸੈਸ ਕਰਨਾ ਸੌਖਾ ਹੋ ਜੇ। ਫਿਰ ਉਹ ਸਾਨੂੰ ਇੱਕ ਪੇਜ ਤੇ ਡਿਸਪਲੇ ਕਰਾ ਦਿੰਦਾ, ਪਹਿਲੀ, ਦੂਜੀ, ਤੀਜੀ, ਚੌਥੀ। ਅਸੀਂ ਸਕਰੋਲ ਕਰਦੇ ਹਾਂ, ਅੱਗੇ ਦੀ ਅੱਗੇ ਜਾਈ ਜਾਂਦੇ ਹਾਂ। ਪਹਿਲੇ ਪੇਜ ਤੇ ਇਨਫੋਰਮੇਸ਼ਨ ਲਿਆਉਣੀ ਬਹੁਤ ਔਖੀ ਹੁੰਦੀ ਹੈ। ਉਹਨੂੰ ਕਰਨ ਦੇ ਲਈ ਇੱਕ ਜਿਹੜੀ ਟੈਕਨੀਕ ਯੂਜ਼ ਹੁੰਦੀ ਉਹ ਵੀ ਦੱਸ ਦਿੰਦਾ, ਸਰਚ ਇੰਜਨ ਆਪਟੀਮਾਈਜੇਸ਼ਨ। ਉਹ ਕੀਵਰਡ ਦੇ ਬੇਸਿਸ ਤੇ ਸਰਚ ਇੰਜਨ ਆਪਟੀਮਾਈਜੇਸ਼ਨ ਹੋ ਜਾਂਦੀ ਹੈ, ਜਿਹਦੇ ਬੇਸ ਤੇ ਤੁਹਾਡਾ ਪੇਜ ਹੈਗਾ ਪਹਿਲੇ ਨੰਬਰ ਤੇ ਡਿਸਪਲੇ ਕਰਨ ਲੱਗ ਜਾਂਦਾ। ਸੋ ਮੈਨੂੰ ਲੱਗਦਾ ਇਹ ਕਲੀਅਰ ਹੋ ਗਈ ਹੋਣੀ ਹੈ ਗੱਲ, ਹਨਾ। ਇਹ ਹੁੰਦਾ ਕਰੋਲਰ, ਜਿਹੜੀਆਂ ਸਾਰੀਆਂ ਵੈਬਸਾਈਟਾਂ ਦੇ ਵਿੱਚੋਂ ਜਾ ਕੇ ਕਰੋਲ ਕਰਦਾ। ਤਾਂ ਵੈਬ ਕਰੋਲਰ ਦੇ ਕੀ ਕੰਮ ਹੈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਨੂੰ ਵੀ ਆਪਾਂ ਪੜ੍ਹ ਲੈਂਦੇ ਹਾਂ, ਕਿਉਂਕਿ ਇਹਦੇ ਵਿੱਚੋਂ ਨਾ ਸਵਾਲ ਕਾਫੀ ਪੁੱਛੇ ਜਾਂਦੇ ਨੇ। ਤਾਂ ਮੈਂ ਡੀਪ ਦੇ ਵਿੱਚ ਕਰਾ ਰਿਹਾ, ਨਹੀਂ ਤਾਂ ਆਪਾਂ ਸਵਾਲ ਛੋਟਾ ਜਿਹਾ ਪੁੱਛਿਆ ਸੀ, ਆਪਾਂ ਕਰਕੇ ਪਰੇ ਜਾਂਦੇ, ਹਨਾ। ਸੋ ਵੈਬ ਕਰੋਲਰ ਆਲਸੋ ਨੋਨ ਐਜ਼ ਸਪਾਈਡਰ ਜਾਂ ਸਪਾਈਡਰ ਬੋਟ। ਪਹਿਲਾਂ ਤਾਂ ਇਹਦੇ ਦੋ ਨਾਮ ਯਾਦ ਰੱਖਣੇ ਨੇ, ਸਪਾਈਡਰ ਜਾਂ ਸਪਾਈਡਰ ਬੋਟ ਵੀ ਕਹਿੰਦੇ ਨੇ। is a software program that systematically browse the world wide web। ਇਹੀ ਆਪਾਂ ਕਿਹਾ ਵੀ systematically browse ਕਰਦਾ ਜਾਂ ਸਾਰੀ world wide web ਨੂੰ ਇਹ ਸਰਚ ਕਰਦਾ in order to index and collect the information about the web pages। ਦੂਜੇ ਵੈਬ ਪੇजेस ਦੇ ਬਾਰੇ ਇਨਫੋਰਮੇਸ਼ਨ ਇਕੱਠੀ ਕਰਨ ਦੇ ਲਈ ਜਾਂ ਇੰਡੈਕਸ ਲਾਉਣ ਦੇ ਲਈ ਇਹ ਕੀ ਕਰਦਾ ਹੈ, ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਤੇ ਜਾਂਦਾ। ਵੈਬ ਕਰੋਲਰ ਆਰ ਯੂਜ਼ਡ ਬਾਈ ਸਰਚ ਇੰਜਨ। ਸਰਚ ਇੰਜਨ ਇਹਨੂੰ ਯੂਜ਼ ਕਰਦੇ ਨੇ ਕਾਹਦੇ ਲਈ? ਟੂ ਬਿਲਡ देयर ਇੰਡੈਕਸ। ਇੰਡੈਕਸ ਬਿਲਡ ਕਰਨ ਦੇ ਲਈ ਵੀ ਕਿਹੜੀ ਵੈਬਸਾਈਟ ਕਿੰਨੀ ਰੈਲੇਵੈਂਟ ਇਨਫੋਰਮੇਸ਼ਨ ਉਹਦੇ ਤੇ ਅਵੇਲੇਬਲ ਹੈ। ਵੈਬ ਕਰੋਲਰ ਵਰਕ ਬਾਈ ਸਟਾਰਟਿੰਗ ਵਿਦ ਏ ਲਿਸਟ ਆਫ URL। ਕਹਿੰਦਾ ਕਿਵੇਂ ਕੰਮ ਕਰਦਾ ਹੈ? ਲਿਸਟ ਆਫ URL ਐਂਡ ਫੋਲੋਇੰਗ ਦਾ ਲਿੰਕ ਫਰੋਮ ਦੋਜ਼ ਪੇजेस ਟੂ ਅਦਰ ਪੇਜ ਆਫ ਦਾ ਵੈਬ। ਇੱਕ ਪੇਜ ਤੋਂ ਦੂਜੇ ਪੇਜ ਦਾ ਜਿਹੜਾ ਲਿੰਕ ਹੁੰਦਾ ਜਾਂ URL ਹੁੰਦਾ, ਉਹਨਾਂ ਦੀ ਹੈਲਪ ਦੇ ਨਾਲ ਹੀ ਇਹ ਕਰੋਲ ਕਰਦਾ। ਜਿਵੇਂ ਮੱਕੜੀ ਹੈ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਛਾਲ ਮਾਰ ਕੇ ਜਾਂਦੀ ਹੈ ਜਿੱਥੇ ਜਿੱਥੇ ਉਹਨੂੰ ਸਪੇਸ ਮਿਲ ਜਾਂਦਾ, ਹਨਾ। ਅਗਲਾ ਸਵਾਲ, ਦੇ ਯੂਜ਼ ਐਲਗੋਰਿਥਮ ਟੂ ਡਿਟਰਮਾਈਨ ਵਿਚ ਪੇਜ ਟੂ ਕਰੋਲ ਐਂਡ ਹਾਊ ਫ੍ਰੀਕੁਐਂਟਲੀ ਰੀਵਿਜ਼ਿਟ ਦੈਮ। ਉਹ ਇੱਕ ਪੂਰਾ ਰਸਤਾ ਬਣਾ ਲੈਂਦਾ। ਜਿਵੇਂ ਹੁਣ ਮੈਂ ਤੁਹਾਨੂੰ ਕਹਿਣਾ ਵੀ ਯਾਰ ਤੁਸੀਂ ਪਹਿਲਾਂ ਬੰਬੇ ਜਾਇਓ, ਇੱਕ ਵਾਰੀ ਸਾਰੇ ਰਸਤੇ ਦੇਖ ਆਓ, ਕੱਲ ਨੂੰ ਦੁਬਾਰੇ ਜਾਣਾ ਪਵੇ ਤਾਂ ਸੌਖਾ ਹੋ ਜਾਊਗਾ ਨਾ। ਆਪਾਂ ਇਨਫੋਰਮੇਸ਼ਨ ਲਿਖ ਲਾਂਗੇ ਵੀ ਕਿਹਦਾ ਕਿੰਨਾ ਇੰਡੈਕਸ ਹੈ, ਕਿੱਥੇ ਪਹਿਲਾਂ ਜਾਣਾ ਚਾਹੀਦਾ। ਤੁਸੀਂ ਸਾਰੀ ਇੰਡੈਕਸਿੰਗ ਕਰ ਲਓਗੇ ਤੇ ਪੂਰੀ ਇਨਫੋਰਮੇਸ਼ਨ ਡਿਟੇਲ ਬਣਾ ਕੇ ਲੈ ਆਉਂਗੇ ਵੀ ਉੱਥੇ ਐਵੇਂ ਕਰਕੇ ਵਿਜ਼ਿਟ ਕਰਨਾ। ਨਵੀਂ ਜਗ੍ਹਾ ਤੇ ਆਪਾਂ ਨੂੰ ਪਹਿਲੀ ਵਾਰੀ ਪਤਾ ਨਹੀਂ ਲੱਗਦਾ, ਦੂਜੀ ਤੀਜੀ ਵਾਰੀ ਜਾਂਦੇ ਆਪਾਂ ਨੂੰ ਸੌਖਾ ਹੋ ਜਾਂਦਾ। ਤਾਂ ਆਪਾਂ ਕਰੋਲ ਕਰਿਆ ਇੱਕ ਵਾਰੀ, ਹਨਾ। ਸੋ ਇਹ ਹੁੰਦਾ ਵੈਬ ਕਰੋਲਰ ਦਾ ਕੰਮ। As they crawl pages, web crawler collect information about the page such as page title, URL। ਉਹੀ ਗੱਲ ਹੈ, ਮੈਂ ਤੁਹਾਨੂੰ ਕਿਹਾ ਵੀ ਤੁਸੀਂ ਜਾ ਕੇ ਦੇਖ ਆਓ, ਹਨਾ। ਇਹ ਕਰੋਲਰ ਦਾ ਕੰਮ ਹੈ। ਤਾਂ ਵੈਬ ਬਰਾਊਜ਼ਰ ਦੀਆਂ ਐਗਜ਼ਾਮਪਲਾਂ ਮੈਂ ਪਹਿਲਾਂ ਵੀ ਦੱਸਤੀਆਂ ਸੀ, ਇਹ ਵੀ ਤੁਸੀਂ ਲਿਖ ਸਕਦੇ ਹੋ। ਸਕਰੀਨਸ਼ਾਟ ਲੈਣਾ, ਸਕਰੀਨਸ਼ਾਟ ਲੈ ਲਿਆ ਕਰੋ। ਤਾਂ ਇਹ ਆਪਣੇ ਕੋਲੇ ਪੂਰੇ ਦਾ ਪੂਰਾ, ਜਿਵੇਂ ਆਪਾਂ ਕਹਿ ਦਈਏ ਵੀ ਆਹ ਸਰਚ ਇੰਜਨ ਨੇ, ਬਿੰਗ ਹੋ ਗਿਆ, ਗੂਗਲ ਹੋ ਗਿਆ। ਇੱਥੋਂ ਆਪਾਂ ਜਾ ਕੇ ਸਾਰੇ ਜਿਹੜੇ ਸਰਚ ਇੰਜਨ ਨੇ ਇਹ ਚੇਂਜ ਕਰ ਸਕਦੇ ਹਾਂ। ਜਿਵੇਂ ਗੂਗਲ ਆਪਾਂ ਚੇਂਜ ਕਰ ਰਹੇ ਹਾਂ, ਦੇਖੋ ਸੈਟ ਡਿਫਾਲਟ ਕਰਤਾ, ਬਿੰਗ ਵੀ ਕਰ ਸਕਦੇ ਹਾਂ, ਹਨਾ। ਕਿੱਥੇ ਜਾਣਾ? ਪਹਿਲਾਂ ਸੈਟਿੰਗ ਦੇ ਵਿੱਚ ਜਾਵਾਂਗੇ, ਮੈਨੇਜਰ ਦੇ ਵਿੱਚ ਜਾਵਾਂਗੇ, ਤਾਂ ਇੱਥੋਂ ਜਾ ਕੇ ਆਪਾਂ ਸਾਰੇ ਆਪਣੇ ਚੇਂਜ ਕਰ ਸਕਦੇ ਹਾਂ, ਇੰਸਟਾਲ ਕਰ ਸਕਦੇ ਹਾਂ। ਕਲੀਅਰ ਹੋਈ ਗੱਲ? ਇਸ ਤਰ੍ਹਾਂ ਆਪਾਂ ਇੱਕ ਬਰਾਊਜ਼ਰ ਦੇ ਵਿੱਚ ਹੀ ਮਲਟੀਪਲ ਜਿਹੜੇ ਸਰਚ ਇੰਜਨ ਨੇ ਉਹ ਆਪਾਂ ਐਕਸੈਸ ਕਰ ਸਕਦੇ ਹਾਂ। ਇਹ ਆਪਣੇ ਕੋਲੇ ਬਰਾਊਜ਼ਰ ਨੇ। ਇਹ ਦਿਖਾ ਰਹੇ ਹਾਂ ਆਪਾਂ ਵੀ ਸਰਚ ਇੰਜਨ ਕਿਵੇਂ ਸਰਚ ਕਰਦਾ, ਗੂਗਲ, ਯਾਹੂ, ਆਸਕ,
बिंग, अबाउट, है ना, सारे सर्च इंजन ने। हुण मैनूं लगदा भी सवाल आपां दुबारे पढ़दे हां, काफ़ी नॉलेज आपां इकट्ठी कर लई, हुण दुबारे देखदे हां। कहंदा विच ऑफ द फॉलोइंग टास्क ए यूजर कैन परफॉर्म विद द हेल्प ऑफ वैब ब्राउज़र। कहंदा यूजर किहड़े-किहड़े टास्क परफॉर्म कर सकदा है वैब ब्राउज़र नाल। यूजर कैन एक्सैस द सर्च इंजन, बिल्कुल ठीक है, एक ब्राउज़र दे विचों सर्च इंजन एक्सैस कर सकदा है, ईमेल एक्सैस कर सकदा है, सारियां जिहड़ियां फैसिलिटी ने इंटरनेट ਦੀਆਂ एक्सैस कर सकदा है। सो मैनूं लगदा तुहानूं गल क्लीयर हो गई होनी, आंसर ए है ਇਹਦਾ। सो ये आया होया 2021 ਦਾ सवाल है पंजाब पुलिस ਦਾ सब इंस्पैक्टर ਦਾ। अगला सवाल, ए सॉफ्टवेयर यूज्ड टू नैविगेट थ्रू वैब इज नोन एज। कहंदा वैब ਦੇ ਥਰੂ ਨੈਵੀਗੇਟ ਕਰਨ ਦੇ ਲਈ ਕੀ ਵਰਤਿਆ ਜਾਂਦਾ ਹੈ? ਕੀ ਸਾਡੇ ਕੋਲ ਇੰਟਰਨੈਟ ਹੈ, ਬ੍ਰਾਊਜ਼ਰ ਹੈ, ਵਰਲਡ ਵਾਈਡ ਵੈਬ ਹੈ ਕਿ ਵੈਬਸਾਈਟ ਹੈ? ਇਹ ਚੰਗੀ ਤਰ੍ਹਾਂ ਹੁਣ ਕਲੀਅਰ ਹੋ ਗਿਆ ਹੋਣਾ, ਵੈਬ ਬ੍ਰਾਊਜ਼ਰ ਦੇ ਥਰੂ ਆਪਾਂ ਵੈਬਸਾਈਟ ਦੇ ਵਿੱਚ ਨੈਵੀਗੇਟ ਕਰ ਸਕਦੇ ਹਾਂ। ਕਲੀਅਰ ਹੋਈ ਗੱਲ। ਇਹਦੇ ਨਾਲ ਦਾ ਸਵਾਲ ਇੱਕ ਹੋਰ ਵੀ ਪੁੱਛਿਆ ਜਾ ਸਕਦਾ, ਜਿਵੇਂ ਮੈਂ ਸਕਰੀਨਸ਼ਾਟ ਹੀ ਲਾਇਆ ਹੋਇਆ ਹੈ। ਇਹ ਡੈਸ਼ ਇਜ਼ ਅ ਸੌਫਟਵੇਅਰ ਪ੍ਰੋਗਰਾਮ ਯੂਜ਼ਡ ਟੂ ਵਿਊ ਵੈਬ ਪੇਜ। ਕਿਹੜਾ ਪ੍ਰੋਗਰਾਮ ਹੁੰਦਾ ਜਿਹੜਾ ਵੈਬ ਪੇਜ ਨੂੰ ਵਿਊ ਕਰਦਾ? ਤਾਂ ਬੜਾ ਸੌਖਾ ਸਵਾਲ ਹੈ, ਚੌਥਾ ਇਹਦਾ ਬ੍ਰਾਊਜ਼ਰ ਆਨਸਰ ਹੈ। ਕਲੀਅਰ ਹੋਈ ਗੱਲ। ਅਗਲਾ ਸਵਾਲ ਦੇਖੋ, ਇਹ ਵੀ ਸਬ ਇੰਸਪੈਕਟਰ ਦਾ ਪੁਰਾਣਾ ਹੀ ਸਵਾਲ ਹੈ ਹਨਾ। ਕਹਿੰਦਾ ਵਿਚ ਆਫ ਦੀ ਫੋਲੋਇੰਗ ਫੰਕਸ਼ਨ ਆਰ ਪਰਫਾਰਮਡ ਬਾਈ ਸਰਚ ਇੰਜਨ। ਸਰਚ ਇੰਜਨ ਦੇ ਦੁਆਰਾ ਕਿਹੜੇ ਫੰਕਸ਼ਨ ਪਰਫਾਰਮ ਹੁੰਦੇ ਨੇ? ਸਪਾਈਡਰਿੰਗ, ਸਪਾਈਡਰਿੰਗ ਤਾਂ ਉਹੀ ਹੈਗਾ, ਕ੍ਰੋਲਿੰਗ ਜਿਵੇਂ ਪੜਿਆ ਸੀ ਨਾ। ਇੰਡੈਕਸਿੰਗ ਵੀ ਆਪਾਂ ਪੜ੍ਹ ਕੇ ਆਏ ਆ ਵੀ ਇੰਡੈਕਸ ਕਰ ਦਿੰਦਾ, ਸਰਚਿੰਗ ਤਾਂ ਕਰਦਾ ਹੀ ਕਰਦਾ। ਸੋ ਜੇ ਆਪਣੇ ਕਨਸੈਪਟ ਹੁੰਦੇ ਨੇ ਥਿਊਰੀ ਦੇ, ਉਹ ਕਨਸੈਪਟ ਨੂੰ ਆਪਾਂ ਬਿਲਡ ਕਰ ਲਈਏ, ਫਿਰ ਸਵਾਲ ਸਾਨੂੰ ਬਹੁਤ ਜ਼ਿਆਦਾ ਸੌਖੇ ਲੱਗਦੇ ਨੇ। ਤੇ ਇਕੱਲੇ ਸਵਾਲ ਕਰਨ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਹਨਾ। ਐਵੇਂ ਆਪਾਂ ਚੱਕ ਕੇ ਮਤਲਬ 300 ਸਵਾਲ ਜੀ 500 ਸਵਾਲ, ਉਹਨਾਂ ਦਾ ਕੋਈ ਫਾਇਦਾ ਨਹੀਂ। ਤਾਂ ਹਜੇ ਸਮਾਂ ਹੈਗਾ, ਆਪਾਂ ਨੂੰ ਪਤਾ ਨਹੀਂ ਪੇਪਰ ਕਦੋਂ ਆਊਗਾ। ਤਾਂ ਕਨਸੈਪਟ ਬਿਲਡ ਕਰੋ। ਥਿਊਰੀ ਦੇ ਲਈ ਇੱਕ ਨੋਟਬੁੱਕ ਲਗਾ ਲਓ, ਚੈਪਟਰ ਵਾਈਜ਼ ਤੁਸੀਂ ਉਹ ਥਿਊਰੀ ਲਿਖ ਸਕਦੇ ਹੋ। ਕੋਸ਼ਿਸ਼ ਕਰੋ ਕਿ ਬਾਕੀ ਸਬਜੈਕਟਾਂ ਦਾ ਵੀ ਐਵੇਂ ਕਰੋ ਹਨਾ, ਨਹੀਂ ਐਟਲੀਸਟ ਕੰਪਿਊਟਰ ਦਾ ਤਾਂ ਤੁਸੀਂ ਕਰ ਹੀ ਸਕਦੇ ਹੋ। ਤੇ ਤੁਹਾਨੂੰ ਕੋਈ ਵੀ ਕੋਰਸ ਲੈਣ ਦੀ ਲੋੜ ਨਹੀਂ, ਕੋਈ ਪੇਡ ਲੈਣ ਦੀ ਲੋੜ ਨਹੀਂ, ਆਪਾਂ ਤੁਹਾਨੂੰ ਸਾਰਾ ਕਰਵਾਵਾਂਗੇ। ਜਿਵੇਂ ਲਾਸਟ ਟਾਈਮ ਬੱਚਿਆਂ ਦੇ ਤੁਹਾਡੇ 28 ਤੋਂ 29 ਨੰਬਰ ਆਏ ਸੀ, ਸਿਰਫ 8 ਪੁਰਾਣੇ ਪੇਪਰ ਕੀਤੇ ਸੀ ਆਪਾਂ ਹਨਾ। ਸੋ ਇਸ ਵਾਰੀ ਵੀ ਆਪਾਂ ਕਰ ਦਿਖਾ ਦਿਆਂਗੇ, ਕਿਤੇ ਜਾਣ ਦੀ ਲੋੜ ਨਹੀਂ। ਜੇ ਕੋਰਸ ਲਈ ਵੀ ਬੈਠੇ ਹੋ ਤਾਂ ਚਲੋ ਕੋਈ ਗੱਲ ਨਹੀਂ, ਠੀਕ ਹੈ। ਤਾਂ ਇਸ ਦਾ ਆਪਾਂ ਪੜ੍ਹ ਚੁੱਕੇ ਹਾਂ ਵੀ ਤਿੰਨੋਂ ਹੀ ਇਹਦੇ ਫੰਕਸ਼ਨ ਨੇ, ਤਾਂ ਫਿਰ ਇਹਦਾ ਆਨਸਰ ਬੀ ਹੈ, ਪਹਿਲਾ, ਦੂਜਾ ਐਂਡ ਤੀਜਾ। ਅਗਲਾ ਸਵਾਲ, ਡੈਸ਼ ਅਲਾਉ ਯੂ ਟੂ ਵਿਊ ਮਲਟੀਪਲ ਵੈਬ ਪੇजेस ਇਨ ਏ ਸੇਮ ਬਰਾਊਜ਼ਰ ਵਿਦਾਊਟ ਓਪਨਿੰਗ ਏ ਨਿਊ ਬਰਾਊਜ਼ਰ ਸੈਸ਼ਨ। ਕਹਿੰਦਾ ਇੱਕੋ ਹੀ ਪੇਜ ਦੇ ਵਿੱਚ ਇੱਕ ਤੋਂ ਜ਼ਿਆਦਾ ਆਪਾਂ ਬਰਾਊਜ਼ਰ ਮਲਟੀਪਲ ਵੈਬ ਪੇजेस ਦੇਖ ਸਕਦੇ ਹਾਂ। ਕਾਹਦੇ 'ਚ? ਬੈਕ ਬਟਨ ਦੇ ਨਾਲ, ਰੀਫਰੈਸ਼ ਦੇ ਨਾਲ, ਐਡਰੈਸ ਬਾਰ ਦੇ ਨਾਲ, ਟੈਬ ਦੇ ਨਾਲ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇੱਕ ਬਰਾਊਜ਼ਰ ਹੁੰਦਾ, ਉਹਦੇ ਵਿੱਚ ਮਲਟੀਪਲ ਟੈਬਸ ਹੁੰਦੀਆਂ ਨੇ। ਦੂਜੀ ਟੈਬ ਆ, ਅਗਲੀ ਟੈਬ ਹੈ, ਤੇ ਇੱਥੋਂ ਪਲੱਸ ਦੇ ਬਟਨ ਤੇ ਕਲਿੱਕ ਕਰ ਸਕਦੇ ਆ, ਟੈਬ ਹੁੰਦੀਆਂ ਨੇ। ਇੱਕੋ ਹੀ ਪੇਜ ਦੇ ਵਿੱਚ, ਇੱਕੋ ਹੀ, ਜਾਂ ਆਪਾਂ ਕਹਿ ਸਕਦੇ ਹਾਂ ਇੱਕੋ ਹੀ ਬਰਾਊਜ਼ਰ ਦੇ ਵਿੱਚ ਸੈਸ਼ਨ ਨਵਾਂ ਨਹੀਂ ਲਿਆ, ਉਸੇ ਬਰਾਊਜ਼ਰ ਦੇ ਵਿੱਚ ਆਪਾਂ ਮਲਟੀਪਲ ਪੇਜ ਖੋਲ ਸਕਦੇ ਹਾਂ। ਕਾਹਦੀ ਹੈਲਪ ਨਾਲ? ਟੈਬ ਨਾਲ। ਪਲੱਸ ਤੇ ਕਲਿੱਕ ਕਰ ਲਓ, ਨਹੀਂ ਇਹਦਾ ਸ਼ਾਰਟਕਟ ਵੀ ਹੁੰਦਾ, ਆਪਾਂ ਆਉਣੇ ਆ ਕਿ ਉਹ ਵੀ ਦੇਖਦੇ ਹਾਂ। ਸੋ ਆਨਸਰ ਇਹਦਾ ਬੀ ਆ। ਦੇਖੋ ਅੱਗੇ ਸ਼ਾਰਟਕਟ ਵੀ ਪੁੱਛੇ ਜਾਂਦੇ ਨੇ ਬਰਾਊਜ਼ਰ ਦੇ ਵਿੱਚੋਂ, ਜਿਵੇਂ TSS ਕਾਡਰ ਦਾ ਸੀਗਾ ਇਹ ਸਵਾਲ ਹਨਾ 2022 ਦਾ। ਕਹਿੰਦਾ ਇਨ ਗੂਗਲ ਕ੍ਰੋਮ, ਬਰਾਊਜ਼ਰ ਦੀ ਗੱਲ ਕਰਦਾ, ਗੂਗਲ ਕ੍ਰੋਮ ਕੀ ਹੈ? ਬਰਾਊਜ਼ਰ। ਪ੍ਰੈਸ ਡੈਸ਼ ਟੂ ਸੈਟ ਦੀ ਜ਼ੂਮ ਲੈਵਲ ਆਫ ਵੈਬ ਪੇਜ 100%। ਆਪਾਂ ਨੂੰ ਪਤਾ ਵੀ ਆਪਾਂ ਬਰਾਊਜ਼ਰ ਖੋਲਦੇ ਹਾਂ ਕੋਈ ਵੀ, ਉਹਦੇ ਤੇ ਜ਼ੂਮ ਕਰ ਸਕਦੇ ਹਾਂ। ਜ਼ੂਮ ਆਊਟ ਬਾਹਰ ਨੂੰ ਆਉਣਾ, ਵੱਡਾ ਕਰਨਾ ਸਾਈਜ਼, ਜ਼ੂਮ ਇਨ ਛੋਟਾ ਕਰਨਾ। ਉਹਦੇ ਲਈ ਕਹਿੰਦਾ ਕਿਹੜਾ ਵਰਤਿਆ ਜਾਂਦਾ ਸ਼ਾਰਟਕਟ? ਦੇਖੋ ਬੜਾ ਸੌਖਾ ਹੈ। ਜੇ ਤੁਸੀਂ ਕੰਟਰੋਲ 0 ਕਰ ਦੋਗੇ ਤਾਂ 100% ਤੇ ਆ ਜਾਊਗਾ। ਪਲੱਸ ਦੇ ਨਾਲ ਸਾਈਜ਼ ਵੱਧ ਜਾਂਦਾ ਹੁੰਦਾ, ਮਾਈਨਸ ਦੇ ਨਾਲ ਸਾਈਜ਼ ਘਟ ਜਾਂਦਾ। ਤਾਂ ਜੇ 100% ਜ਼ੂਮ ਰੱਖਣਾ ਤਾਂ ਕੰਟਰੋਲ ਪਲੱਸ 0, ਕੰਟਰੋਲ ਐਂਡ ਪਲੱਸ ਕਰ ਦਈਏ, ਜੇ ਕੰਟਰੋਲ ਪਲੱਸ ਕਰ ਦਈਏ, ਕੰਟਰੋਲ ਮਾਈਨਸ ਕਰ ਦਈਏ, ਤਾਂ ਉਹਦੇ ਨਾਲ ਕੀ ਹੋ ਜਾਂਦਾ? ਜ਼ੂਮ ਆਊਟ ਤੇ ਜ਼ੂਮ ਇਨ ਹੋ ਜਾਂਦਾ। ਠੀਕ ਹੈ। ਸੋ ਇਹ ਪੁੱਛੇ ਜਾਂਦੇ ਨੇ ਸਵਾਲ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅਗਲਾ ਜਿਵੇਂ ਇਨ ਗੂਗਲ ਕ੍ਰੋਮ ਕਹਿੰਦਾ ਪ੍ਰੈਸ ਡੈਸ਼ ਟੂ ਸਾਈਕਲ ਬਿਟਵੀਨ ਯੂਅਰ ਓਪਨ ਟੈਬ। ਸਪੋਜ਼ ਕਰੋ ਸਾਡੇ ਕੋਲੇ ਬਹੁਤ ਸਾਰੀਆਂ ਟੈਬ ਨੇ, ਜਿਵੇਂ ਆਪਾਂ ਪਿਛਲੇ ਤੁਹਾਨੂੰ ਡਾਇਗਰਾਮ 'ਚ ਇਹਦੇ ਵਿੱਚ ਦਿਖਾਈਆਂ ਨੇ ਮੈਂ ਹਨਾ। ਆਹ ਟੈਬ ਨੇ ਇੱਕ ਤੋਂ ਜ਼ਿਆਦਾ, ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, 6ਵੀਂ, 7ਵੀਂ, 8ਵੀਂ। ਸਾਈਕਲ ਦਾ ਮਤਲਬ ਕਿ ਪਹਿਲਾਂ ਪਹਿਲੀ ਟੈਬ ਤੇ ਸਵਿਚ ਹੋ ਜਾਈਏ, ਦੂਜੀ, ਤੀਜੀ, ਚੌਥੀ, ਪੰਜਵੀਂ, 7ਵੀਂ, 8ਵੀਂ ਤੋਂ ਬਾਅਦ ਫਿਰ ਪਹਿਲੀ, ਇਸ ਤਰ੍ਹਾਂ ਚੱਲਦੇ ਜਾਈਏ। ਉਹਦੇ ਲਈ ਕਿਹੜਾ ਸ਼ਾਰਟਕਟ ਵਰਤਿਆ ਜਾਂਦਾ? ਬੜਾ ਸੋਹਣਾ ਸਵਾਲ ਪੁੱਛਿਆ ਉਹਨੇ। ਤਾਂ ਪਹਿਲਾਂ ਆਪਾਂ ਟੈਬ ਦੇ ਸਾਰੇ ਫੰਕਸ਼ਨ ਪੜ੍ਹ ਲੈਂਦੇ ਹਾਂ ਜਿਹੜੇ ਬਰਾਊਜ਼ਰ ਦੇ ਵਿੱਚ ਸ਼ਾਰਟਕਟ ਵਰਤੇ ਜਾਂਦੇ ਨੇ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਸਵਾਲ ਪੁੱਛੇ ਜਾਂਦੇ ਨੇ। ਆਪਾਂ ਦੇਖ ਲੈਂਦੇ ਹਾਂ। ਕਹਿੰਦਾ ਨਵੀਂ ਟੈਬ ਓਪਨ ਕਰਨੀ ਹੈ ਤਾਂ ਕਿਹੜਾ ਸ਼ਾਰਟਕਟ ਚੱਲੂਗਾ? ਕੰਟਰੋਲ N। ਚਾਹੇ ਕੰਟਰੋਲ N ਚਾਹੇ ਵੱਡਾ ਆ ਜਾਏ ਚਾਹੇ ਛੋਟਾ ਆ ਜਾਏ, ਕੋਈ ਫਰਕ ਨਹੀਂ ਪੈਂਦਾ। ਨਿਊ ਵਿੰਡੋ ਇਨ ਇਨਕੋਗਨੀਟਿਵ ਮੋਡ। ਇਨਕੋਗਨੀਟਿਵ ਮੋਡ ਦੇ ਵਿੱਚ ਨਵੀਂ ਵਿੰਡੋ ਖੋਲਣੀ ਹੈ, ਕੰਟਰੋਲ ਸ਼ਿਫਟ ਪਲੱਸ N ਕਰ ਦਾਂਗੇ। ਇਨਕੋਗਨੀਟਿਵ ਮੋਡ ਕਿਹੜਾ ਹੁੰਦਾ ਹੈ? Browsing in incognito mode means your activity data is not saved
on your device or Google account you are not signed into। ਤਾਂ ਸਪੋਜ਼ ਕਰੋ ਤੁਸੀਂ ਕਿਤੇ ਕੈਫੇ ਵਗੈਰਾ 'ਚ ਜਾ ਰਹੇ ਹੋ ਹਨਾ, ਉੱਥੇ ਤੁਸੀਂ ਬਰਾਊਜ਼ਰ ਦੇ ਵਿੱਚ ਕੁਝ ਕੰਮ ਕਰਕੇ ਆਏ ਹੋ, ਤੁਸੀਂ ਚਾਹੁੰਦੇ ਹੋ ਕਿ ਸਾਡੀ ਹਿਸਟਰੀ ਸੇਵ ਨਾ ਹੋਵੇ, ਤਾਂ ਉਹਦੇ ਲਈ ਤੁਸੀਂ ਜਾ ਸਕਦੇ ਹੋ ਇਨਕੋਗਨੀਟਿਵ ਮੋਡ ਟੈਬ ਦੇ ਵਿੱਚ। ਤਾਂ ਆਹ ਵਾਲੇ 3 ਡਾਟ ਤੇ ਕਲਿੱਕ ਕਰੋਗੇ ਤਾਂ ਇੱਥੇ ਆ ਜਾਊਗਾ ਨਿਊ। ਪਹਿਲਾਂ ਤਾਂ ਨਿਊ ਟੈਬ ਆ, ਦੇਖੋ ਕੰਟਰੋਲ ਟੀ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਹਨਾ। ਨਿਊ ਵਿੰਡੋ ਖੋਲਣੀ ਹੈ ਤਾਂ ਕੰਟਰੋਲ ਐਨ, ਦੇਖੋ ਆ ਇੱਕ ਵਿੰਡੋ ਹੈ, ਐਵੇਂ ਦੀ ਹੋਰ ਵਿੰਡੋ ਖੋਲਣੀ ਹੈ ਤਾਂ ਕੰਟਰੋਲ ਐਨ, ਇਸ ਦੇ ਵਿੱਚ ਹੀ ਟੈਬ ਖੋਲਣੀ ਹੈ ਤਾਂ ਕੰਟਰੋਲ ਟੀ ਯਾਦ ਰੱਖਣਾ। ਜੇ ਆਪਾਂ ਚਾਹੁੰਦੇ ਹਾਂ ਵੀ ਪ੍ਰਾਈਵੇਟ ਵਿੰਡੋ ਖੋਲਣੀ ਹੈ ਇਨਕੋਗਨੀਟਿਵ ਮੋਡ ਦੇ ਵਿੱਚ, ਫਿਰ ਕੰਟਰੋਲ, ਜੇ ਦੇਖੋ ਨਿਊ ਵਿੰਡੋ ਲਈ ਐਨ ਚੱਲੂਗਾ, ਬਸ ਕੱਲਾ ਸ਼ਿਫਟ ਲਾ ਦੇਣਾ ਇਨਕੋਗਨੀਟਿਵ ਦੇ ਲਈ, ਕੰਟਰੋਲ ਸ਼ਿਫਟ ਪਲੱਸ ਐਨ। ਇਸ ਤਰੀਕੇ ਨਾਲ ਆਪਾਂ ਜਾ ਸਕਦੇ ਹਾਂ। ਡਾਊਨਲੋਡ ਚੈੱਕ ਕਰਨਾ ਵੀ ਕਿੱਥੇ ਡਾਊਨਲੋਡ ਹੋਇਆ ਤਾਂ ਕੰਟਰੋਲ ਜੇ ਦੱਬ ਦਿਓ। ਜ਼ੂਮ ਆਊਟ ਦੇ ਲਈ ਇਹ ਆਪਾਂ ਨੂੰ ਦਿੱਤਾ ਹੀ ਹੋਇਆ, ਪ੍ਰਿੰਟ ਦੇ ਲਈ ਕੰਟਰੋਲ ਪੀ ਹੈ, ਫਾਈਂਡ ਦੇ ਲਈ ਕੰਟਰੋਲ ਐਫ ਹੈਗਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਬਾਕੀ ਸ਼ਾਰਟਕਟ ਦੇਖ ਲੈਂਦੇ ਹਾਂ। ਨਿਊ ਟੈਬ ਦੇ ਲਈ ਕੰਟਰੋਲ ਟੀ ਹੈ। ਜੇ ਪ੍ਰੀਵੀਅਸਲੀ ਟੈਬ ਤੁਸੀਂ ਕੋਈ ਟੈਬ ਖੋਲੀ ਸੀ ਤੇ ਟੈਬ ਉੱਡ ਗਈ, ਤੁਸੀਂ ਚਾਹੁੰਦੇ ਹੋ ਯਾਰ ਵੀ ਪਤਾ ਨਹੀਂ ਹੁਣ ਕਿਵੇਂ ਖੋਲਣਾ, ਹਿਸਟਰੀ ਦੇ ਵਿੱਚ ਜਾ ਕੇ ਵੀ ਖੋਲ ਸਕਦੇ ਹੋ, ਨਹੀਂ ਤਾਂ ਸ਼ਾਰਟਕਟ ਹੈਗਾ ਕੰਟਰੋਲ ਸ਼ਿਫਟ ਟੀ। ਦੇਖੋ ਨਵੀਂ ਟੈਬ ਖੋਲਣੀ ਹੈ ਕੰਟਰੋਲ ਟੀ, ਪੁਰਾਣੀ ਖੋਲਣੀ ਹੈ ਸ਼ਿਫਟ ਟੀ, ਕੰਟਰੋਲ ਸ਼ਿਫਟ ਟੀ। ਨਵੀਂ ਵਿੰਡੋ ਖੋਲਣੀ ਹੈ ਕੰਟਰੋਲ ਐਨ, ਇਨਕੋਗਨੀਟਿਵ ਚ ਖੋਲਣਾ ਹੈ ਤਾਂ ਕੰਟਰੋਲ ਸ਼ਿਫਟ ਐਨ। ਤੁਸੀਂ ਇਹ ਸ਼ਾਰਟਕਟ ਨੂੰ ਯੂਜ਼ ਕਰੋ, ਬਹੁਤ ਜ਼ਿਆਦਾ ਹੈਲਪਫੁਲ ਨੇ ਇਹ, ਤੇ ਤੁਹਾਨੂੰ ਆ ਵੀ ਜਾਣਗੇ ਹਨਾ। ਜੰਪ ਟੂ ਨੈਕਸਟ ਟੈਬ ਔਰ ਓਪਨ ਟੈਬ, ਕੰਟਰੋਲ ਟੈਬ ਜਾਂ ਕੰਟਰੋਲ ਪਲੱਸ ਪੇਜ ਡਾਊਨ, ਠੀਕ ਹੈ। ਇਹ ਉਹੀ ਮਤਲਬ ਪਹਿਲੀ ਟੈਬ ਹੈ T1 T2 T3, ਪਹਿਲੀ ਟੈਬ ਤੋਂ ਦੂਜੀ ਟੈਬ ਤੇ ਜੰਪ ਕਰਨਾ ਤਾਂ ਕੰਟਰੋਲ ਟੈਬ ਜਾਂ ਕੰਟਰੋਲ ਪਲੱਸ ਪੇਜ ਡਾਊਨ, ਤਾਂ ਇਹਨੂੰ ਦਬਦੇ ਜਾਓਗੇ ਤਾਂ ਰੀਸਾਈਕਲ ਵੀ ਕਰ ਜੂਗਾ। ਆਪਾਂ ਇੱਥੇ ਲਿਖਿਆ ਵੀ ਹੋਇਆ ਰੀਸਾਈਕਲ ਲੈਫਟ ਟੂ ਰਾਈਟ ਹਨਾ। ਅਗਲਾ ਹੈਗਾ ਓਪਨ ਯੂਅਰ ਹੋਮ ਪੇਜ ਇਨ ਕਰੰਟ ਟੈਬ, ਕੋਈ ਨਵੀਂ ਟੈਬ ਦੇ ਵਿੱਚ ਹੋਮ ਪੇਜ ਸੈੱਟ ਕੀਤਾ ਤੁਸੀਂ ਗੂਗਲ, ਡਾਇਰੈਕਟ ਗੂਗਲ ਖੋਲਣਾ ਤਾਂ ਆਲਟ ਪਲੱਸ ਹੋਮ ਦੱਬ ਦਿਓ। ਕਲੋਜ਼ ਕਰਨਾ ਕਰੰਟ ਟੈਬ ਨੂੰ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਇਹ, ਕੰਟਰੋਲ ਪਲੱਸ W ਕਰ ਦੋਗੇ ਤਾਂ ਕਰੰਟ ਟੈਬ ਕਲੋਜ਼ ਹੋ ਜੂਗੀ। ਕੰਟਰੋਲ ਪਲੱਸ F4 ਵੀ ਚੱਲ ਜਾਂਦਾ ਇੱਥੇ, ਠੀਕ ਹੈ। ਸੋ ਜੇ ਕਰੰਟ ਵਿੰਡੋ ਨੂੰ ਕਲੋਜ਼ ਕਰਨਾ ਹੈ ਫਿਰ ਕੰਟਰੋਲ W ਨਹੀਂ ਚੱਲੂਗਾ, ਫਿਰ ਕੰਟਰੋਲ ਸ਼ਿਫਟ W ਚੱਲੂਗਾ ਜਾਂ ਆਲਟ F4 ਚੱਲ ਜੂਗਾ, ਠੀਕ ਹੈ। ਮਿਨੀਮਾਈਜ਼ ਕਰਨਾ ਕਰੰਟ ਵਿੰਡੋ ਨੂੰ ਤਾਂ ਪਹਿਲਾਂ ਆਲਟ ਸਪੇਸ ਦਬੋ ਦੈਨ ਐਨ, ਜੇ ਮੈਕਸੀਮਾਈਜ਼ ਕਰਨਾ ਤਾਂ ਆਲਟ ਸਪੇਸ ਦੈਨ ਐਕਸ, ਤੇ ਜੇ ਕੁਇਟ ਕਰਨਾ ਹੈ ਗੂਗਲ ਕਰੋਮ ਨੂੰ ਤਾਂ ਕੀ ਚੱਲੂਗਾ, ਪਹਿਲਾਂ ਦੱਬਾਂਗੇ ਆਪਾਂ ਆਲਟ ਐਫ ਦੈਨ ਐਕਸ, ਠੀਕ ਹੈ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਕਿਉਂ ਇੰਪੋਰਟੈਂਟ ਨੇ? ਕਿਉਂਕਿ ਇਹਨਾਂ ਦੇ ਵਿੱਚੋਂ ਸਵਾਲ ਕਾਫੀ ਪੁੱਛੇ ਗਏ ਨੇ। ਤਾਂ ਹੁਣ ਜਿਹੜਾ ਸਵਾਲ ਆਪਾਂ ਨੂੰ ਪੁੱਛਿਆ ਵੀ ਸਾਈਕਲ ਦੀ ਤਰ੍ਹਾਂ ਮੂਵ ਕਰੀਏ ਤਾਂ ਉਹ ਤੁਸੀਂ ਦੇਖ ਹੀ ਲਿਆ ਆਪਣੇ ਕੋਲ, ਪਹਿਲਾ ਹੈ ਕੰਟਰੋਲ ਟੈਬ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਕੀਵਰਡ ਸ਼ਾਰਟਕਟ ਕੈਨ ਬੀ ਯੂਜ਼ਡ ਇਨ ਗੂਗਲ ਕਰੋਮ, ਆਈ ਨਹੀਂ ਆਉਣਾ ਸੀ, ਟੂ ਕਲੋਜ਼ ਦੀ ਕਰੰਟ ਟੈਬ। ਕਰੰਟ ਮਤਲਬ ਐਕਟਿਵ ਟੈਬ, ਹੁਣੀ ਪੜ੍ਹ ਕੇ ਗਏ ਆਪਾਂ ਹਨਾ। ਕੰਟਰੋਲ ਕਰਨ ਦੇ ਲਈ ਆ ਦੇਖੋ ਕਲੋਜ਼ ਦੀ ਕਰੰਟ ਟੈਬ, ਕਰੰਟ ਟੈਬ ਨੂੰ ਕੰਟਰੋਲ ਕਰਨ ਦੇ ਲਈ ਕੰਟਰੋਲ W ਜਾਂ ਕੰਟਰੋਲ ਪਲੱਸ F4, F4 ਹੈ ਹੀ ਨਹੀਂ ਕਿਤੇ ਤਾਂ ਕੰਟਰੋਲ W ਹੈ, ਯਾਦ ਰੱਖਣਾ। ਆਲਟ ਨਹੀਂ ਚੱਲੂਗਾ ਇੱਥੇ, ਕੰਟਰੋਲ ਚੱਲੂਗਾ। ਕਲੀਅਰ ਹੋਈ ਗੱਲ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਕੀਵਰਡ ਸ਼ਾਰਟਕਟ ਇਜ਼ ਯੂਜ਼ਡ ਟੂ ਓਪਨ ਦਾ ਨਿਊ ਇਨਕੋਗਨੀਟਿਵ ਵਿੰਡੋ ਇਨ ਗੂਗਲ ਕਰੋਮ। ਦੇਖੋ ਬੜਾ ਸੌਖਾ ਹੈ, ਕੰਟਰੋਲ ਪਲੱਸ ਐਨ ਹੈਗਾ ਨਿਊ ਵਿੰਡੋ ਦੇ ਲਈ, ਤੇ ਜੇ ਵਿਚਾਲੇ ਸ਼ਿਫਟ ਪਾ ਦਿਓਗੇ ਤਾਂ ਫਿਰ ਕੀ ਹੋ ਜਾਊਗਾ ਇਨਕੋਗਨੀਟਿਵ, ਤਾਂ ਪਹਿਲਾ ਹੀ ਆਨਸਰ ਹੋਣਾ ਚਾਹੀਦਾ ਇਹਦਾ। ਆਹ ਸ਼ਾਰਟਕਟ ਆਪਾਂ ਪੜ੍ਹ ਚੁੱਕੇ ਹਾਂ, ਸੋ ਇਹਦਾ ਕਿਹੜਾ ਆਨਸਰ ਹੈ? ਪਹਿਲਾ ਆਨਸਰ ਹੈ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਕੀਵਰਡ ਸ਼ਾਰਟਕਟ ਕੈਨ ਬੀ ਯੂਜ਼ਡ ਗੂਗਲ ਕਰੋਮ ਇਨ ਗੂਗਲ ਕਰੋਮ ਟੂ ਓਪਨ ਨਿਊ ਟੈਬ। ਦੇਖੋ ਬੜਾ ਸੌਖਾ ਹੈ, ਤਾਂ ਕੰਟਰੋਲ ਐਨ ਚੱਲ ਜੂਗਾ ਹਨਾ। ਨਿਊ ਟੈਬ ਇਸੇ ਤਰੀਕੇ ਨਾਲ ਹੀ ਕੰਟਰੋਲ ਐਨ, ਸੌਰੀ ਨਿਊ ਟੈਬ, ਹਾਂ ਗਲਤੀ ਕਰ ਗਏ ਸੀ। ਨਿਊ ਟੈਬ ਜਦੋਂ ਕਹਿ ਰਹੇ ਆ ਉਦੋਂ ਚੱਲੂਗਾ ਕੰਟਰੋਲ ਟੀ, ਜਦੋਂ ਨਿਊ ਵਿੰਡੋ ਕਹੂਗਾ ਉਦੋਂ ਚੱਲੂਗਾ, ਨਿਊ ਵਿੰਡੋ ਦੇ ਵੇਲੇ ਚੱਲੂਗਾ ਕੰਟਰੋਲ ਐਨ। ਦੇਖੋ ਸਿੱਲੀ ਮਿਸਟੇਕ ਨਹੀਂ ਕਰਨੀ, ਆਪਾਂ ਹੁਣੀ ਕਰਕੇ ਗਏ, ਮੈਂ ਤੁਹਾਨੂੰ ਲਾਈਵ ਗਲਤੀ ਕਰਕੇ ਦਿਖਾਤੀ, ਤੁਹਾਡੇ ਤੋਂ ਵੀ ਐਵੇਂ ਹੀ ਹੋਣਗੇ। ਟੈਬ ਟੀ ਤੋਂ ਹੀ ਯਾਦ ਰੱਖਣਾ, ਠੀਕ ਹੈ। ਸੋ ਤੀਸਰਾ ਜਿਹੜਾ ਕਰੈਕਟ ਆਨਸਰ ਹੈ ਤਾਂ ਨਿਊ ਵਿੰਡੋ ਦੇ ਲਈ ਕੰਟਰੋਲ ਐਨ, ਯਾਦ ਰੱਖਣੀ ਹੈ ਗੱਲ ਇਹ। ਅਗਲਾ ਸਵਾਲ ਚਲੋ ਪਹਿਲਾਂ ਹੀ ਆਨਸਰ ਦਿੱਤਾ ਹੋਇਆ ਇਹਦਾ, ਤੁਸੀਂ ਦੇਖ ਤਾਂ ਲਿਆ ਹੀ, ਚਲੋ ਮੈਨੂੰ ਰੱਬ ਕਰ ਦੇਣਾ। ਅੱਖਾਂ ਬੰਦ ਕਰ ਲਿਓ, ਦੇਖਿਆ ਨਹੀਂ ਹੈਗਾ ਨਾ ਵੀ ਇਹਦਾ ABC ਕੀ ਹੈ, ਸਾਰੇ ਹੀ ਹੋ ਸਕਦੇ ਨੇ ਇਹਦੇ ਵਿੱਚੋਂ, ਐ ਐਜ਼ਿਊਮ ਕਰਕੇ ਚੱਲੋ। ਕਹਿੰਦਾ ਅੱਖਾਂ ਬੰਦ ਕਰਕੇ ਵੀਡੀਓ ਪਿੱਛੇ ਕਰਕੇ ਦੁਬਾਰੇ ਚਲਾ ਲਿਓ। ਕਹਿੰਦਾ ਡੈਸ਼ ਇਜ਼ ਨੋਨ ਐਜ਼ ਰੀਲੋਡ ਬਟਨ ਇਨ ਵੈਬ ਬਰਾਊਜ਼ਰ।
ਵੈਬ ਬਰਾਊਜ਼ਰ ਦੇ ਵਿੱਚ ਵੈਸੇ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਰੀਲੋਡ ਬਟਨ ਕਿਹੜਾ ਹੁੰਦਾ ਹੈਗਾ। ਰੀਲੋਡ ਬਟਨ ਸਰਚ ਹੁੰਦਾ, ਡੈਸ਼ ਇਜ਼ ਨੋਨ ਐਜ਼ ਰੀਲੋਡ ਬਟਨ ਇਨ ਵੈਬ ਬਰਾਊਜ਼ਰ। ਕਿਹੜਾ ਸਰਚ, ਬੈਕ ਤੇ ਸਟਾਪ ਐਵੇਂ ਦਾ ਕੁਝ ਹੁੰਦਾ ਨਹੀਂ। ਰੀਫਰੈਸ਼ ਬਟਨ ਹੁੰਦਾ ਜਿਹੜਾ ਆਪਾਂ ਬਰਾਊਜ਼ਰ ਦੇ ਵਿੱਚ ਦੇਖਦੇ ਆ ਇੱਥੇ ਜੇ ਇਸ ਨੂੰ ਬੋਲ ਦਿੰਦੇ ਆਪਾਂ, ਆ ਰੀਲੋਡ ਹੁੰਦਾ ਜਾਂ ਰੀਫਰੈਸ਼ ਬਟਨ ਹੁੰਦਾ ਹੈ ਨਾ। ਇੱਥੇ ਕਲਿੱਕ ਕਰਦੇ ਆ ਆਪਣਾ ਕੀ ਹੋ ਜਾਂਦਾ, ਪੇਜ ਰੀਲੋਡ ਹੋ ਜਾਂਦਾ ਜਾਂ ਰੀਫਰੈਸ਼ ਹੋ ਜਾਂਦਾ। ਠੀਕ ਹੈ, ਸੋ ਇਹ ਸੀਗਾ 2 ਪਾਰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ। 7ਵੇਂ ਦਾ ਵੀ ਜਿਹੜਾ ਮੀਡੀਅਮ ਲੈਵਲ ਹੈ ਪਹਿਲਾ ਪਾਰਟ ਸੀ, ਕਿਉਂਕਿ ਵੀਡੀਓ ਫਿਰ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ ਤੇ ਐਕਸਪਲੇਨੇਸ਼ਨ ਫਿਰ ਮੈਨੂੰ ਇਹ ਹੁੰਦਾ ਵੀ ਜਲਦੀ ਜਲਦੀ ਖਤਮ ਕਰਦਾ, ਫਿਰ ਡੀਪ ਨਹੀਂ ਜਾਇਆ ਜਾਂਦਾ ਹਨਾ। ਤਾਂ ਕਰਕੇ ਮੈਂ ਕੋਸ਼ਿਸ਼ ਕਰਦਾ ਵੀ ਥੋੜੇ ਜਿਹੇ ਸਵਾਲ ਹੁਣ ਉਹਨਾਂ ਦੀ ਐਕਸਪਲੇਨੇਸ਼ਨ ਆਪਾਂ ਜ਼ਿਆਦਾ ਦੱਸੀਏ। ਠੀਕ ਹੈ, ਸੋ ਇਹ ਸੀਗਾ ਪਾਰਟ 1 ਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਤੁਸੀਂ ਸ਼ੇਅਰ ਵੀ ਕਰ ਰਹੇ ਹੋ ਕਿ ਆਪਣਾ ਟਾਰਗੇਟ ਹੈ 5000 ਸਬਸਕ੍ਰਾਈਬਰ ਦਾ। ਇੰਨੀ ਕਿ ਤੁਸੀਂ ਹੈਲਪ ਕਰੋ, ਕਿਉਂਕਿ ਮੋਟੀਵੇਸ਼ਨ ਲਈ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ। ਆਪਾਂ ਥੋੜਾ ਜਿਹਾ ਗਰੋ ਕਰੀਏ ਤੇ ਫਿਰ ਹੋਰ ਵੀ ਜ਼ਿਆਦਾ ਆਪਾਂ ਕੰਟੈਂਟ ਲੈ ਕੇ ਆਵਾਂਗੇ। ਠੀਕ ਹੈ, ਸੋ ਉਦੋਂ ਤੱਕ ਜੁੜੇ ਰਹੋ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।